अफसोस की गल है ਜਿਹੜਾ ਅੰਦਾਤਾ ਜਿਹਨੂੰ ਆਪਾਂ ਜਿਹੜਾ ਸਾਨੂੰ ਪੇਟ ਭਰ ਲਿਆ ਨੂੰ ਉਗਾ ਕੇ ਦਿੰਦਾ ਹੈ ਉਹਦੀਆਂ ਮੌਤਾਂ ਹੋ ਰਹੀਆਂ ਤੁਸੀਂ ਉਹਦੀ ਗੱਲ ਮੰਨਣੀ ਨਹੀਂ ਮੰਨਣੀ ਅਲੱਗਾ ਗੱਲ ਹੈ ਪਰ ਤੁਹਾਡੀ ਇੱਕ ਜ਼ਿੰਮੇਵਾਰੀ ਬਣ ਗਈ ਇਹਨਾਂ ਦੀ ਜੋੜੀ ਜਦੋਂ ਦੀ ਸ਼ਾਹ ਦੀ ਔਰ ਮੋਦੀ ਉਹਨਾਂ ਦੀ ਚੱਲੀ ਹੈ ਨਾ ਗੁਜਰਾਤ ਤੋਂ ਉਹ ਦਿਨ ਤੋਂ ਤਾਨਾਸ਼ਾਹੀ ਤਰੀਕੇ ਨਾਲ ਰਾਜ ਕਰ ਰਹੇ ਆ ਪੈਕਸਸ ਜਿਹੜਾ ਸੌਫਟਵੇਅਰ ਲੈਂਦਾ ਇਹਨਾਂ ਨੇ ਪਰ ਹੁਣ ਮੁਸ਼ਕਿਲ ਇਹ ਹੈ ਕਿ ਇਹ ਹੁੰਦੇ ਨੇ ਅੱਤਵਾਦੀਆਂ ਦੇ ਅਗੇਂਸਟ ਯੂਜ਼ ਕਰਨ ਵਾਲੇ ਕੋਈ ਅੱਤਵਾਦੀਆਂ ਦਾ ਨੰਬਰ ਮਿਲ ਗਿਆ ਉਹਨੂੰ ਲਿਆ ਕੇ ਪਾਲੋ कि जिहड़ी चीज़ दुश्मन वास्ते बनी सी असीं अपने नूं दुश्मन बनी समझ बैठे हैं और उस करके सरकार उत्तों भजदी है जिहड़ियां चीज़ां देश दे लोग जानना चाहुंदे हैं वो दसणियां नहीं उन्हां ते निगाह भी नहीं रखनी ते देश चलूगा किवें। D4 न्यूज़ देख रहे तमाम दोस्तों को दीपक भंडारी का नमस्कार। 19 जुलाई से लोकसभा जो मॉनसून सत्र है वो चल रहा है, शुरू हो चुका है, लेकिन लगातार कांग्रेस इसका विरोध कर रही है। इन कांग्रेस के सांसदों का कहना है कि पहले सरकार हमारी बात सुने, किसानी देश का अहम मुद्दा है, महंगाई चरम पर है, राफेल पर लेकर भी कांग्रेस कई तरह के सवालों के जवाब सरकार से चाहती है। इसके अलावा हाल ही में जो मुद्दा उठा है वो है पेगासस। देश में कुछ लोगों की जासूसी होती है। आपको ये बता दें कि ये एक ऐसा वायरस है जो आपका अगर फोन में एक बार चला गया तो आप कहीं भी सुरक्षित नहीं है, यानी कि आपकी तमाम गतिविधियां एक पीछे बैठा जो व्यक्ति है वो देख सकता है। और इसके अलावा और भी कई अहम मुद्दे, कोरोना में सरकार कहती है कि हमारे पास कोई आंकड़ा नहीं है। इसके अलावा और भी कई अहम मुद्दे हैं। हमारे साथ हैं अमृतसर से लोकसभा सांसद है गुरजीत सिंह औजला, उनके साथ बात करते हैं। औजला साहब सत श्री अकाल। सत श्री अकाल जी। औजला साहब D4 न्यूज़ चैनल से ਤੁਹਾਡਾ स्वागत है। औजला साहब 19 तरीक ਨੂੰ ਲੋਕਸਭਾ ਸੰਸਦ ਸ਼ੁਰੂ ਹੁੰਦਾ ਹੈ ਬਟ ਕਾਂਗਰਸ ਜਿਹੜੀ ਹੈ ਲਗਾਤਾਰ ਵਿਰੋਧ ਕਰ ਰਹੀ ਹੈ, ਇਹਦਾ ਰੀਜ਼ਨ? ਕਾਂਗਰਸ ਦੇਖੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਾਂਗਰਸ ਪਾਰਟੀ ਦੀ ਜੋ ਕਿ ਵੱਡੀ ਪਾਰਟੀ ਹੈ। ਜਿਹੜਾ ਲੋਕ ਸਭਾ ਹੈ ਲੋਕ ਸਭਾ ਦੇ ਵਿੱਚ ਅਸੀਂ ਦੇਸ਼ ਦੇ ਮੁੱਦੇ ਜਿਹੜੇ ਉਹ ਡਿਸਕਸ ਕਰਨੇ ਹੁੰਦੇ ਆ, ਸਰਕਾਰ ਤੋਂ ਜਵਾਬ ਮੰਗਣਾ ਹੁੰਦਾ, ਜਵਾਬਦੇਹੀ ਹੁੰਦੀ ਹੈ ਕਿਉਂਕਿ ਸਰਕਾਰ ਨੇ ਸਾਰਾ ਦੇਸ਼ ਚਲਾਉਣਾ ਹੈ। ਕਿਸਾਨੀ ਜਿਹੜਾ ਵੱਡਾ ਮੁੱਦਾ ਇਸ ਵੇਲੇ ਬਣਿਆ ਪਿਆ ਹੈ ਕਿਉਂਕਿ ਬਾਰਡਰ ਦੇ ਉੱਤੇ ਕਿਸਾਨ 8 ਮਹੀਨਿਆਂ ਤੋਂ ਬੈਠਾ ਹੈ ਪਰ 500 ਤੋਂ ਵੱਧ ਜਾਨਾਂ ਵੀ ਜਾ ਚੁੱਕੀਆਂ ਨੇ ਪਰ ਸਰਕਾਰ ਉੱਤੇ ਬਿਲਕੁਲ ਮੌਨ ਹੈ, ਕੋਈ ਜਵਾਬ ਨਹੀਂ ਦੇ ਰਹੀ। ਉਸ ਤੋਂ ਬਾਅਦ ਮਹਿੰਗਾਈ ਬਹੁਤ ਵੱਡਾ ਮੁੱਦਾ ਹੈ, ਡੀਜ਼ਲ ਪੈਟਰੋਲ ਦਾ ਬਹੁਤ ਰੇਟ ਵੱਧ ਚੁੱਕਾ ਆ, ਤੁਸੀਂ ਗੈਸ ਬਹੁਤ ਮਹਿੰਗੀ ਹੋ ਚੁੱਕੀ ਹੈ, ਸਰਸੋਂ ਦਾ ਤੇਲ ਜਿਹੜਾ ਆ ਉਹ ਆਮ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰ ਰਿਹਾ ਹੈ। ਨਾਲ ਦੀ ਨਾਲ ਕਰੋਨਾ ਦੇ ਵਿੱਚ ਕਿੰਨੀਆਂ ਜਾਨਾਂ ਗਈਆਂ ਨੇ ਆਕਸੀਜਨ ਦੀ ਘਾਟ ਕਰਕੇ, ਕਿੰਨੇ ਲੋਕ ਗਏ ਨੇ, ਉਹਦੇ ਤੇ ਸਰਕਾਰ ਤੋਂ ਜਵਾਬ ਮੰਗਣਾ ਹੈ। ਇਹਦੀ ਜਿਹੜੀ ਮਿਸਮੈਨੇਜਮੈਂਟ ਕਿਉਂ ਹੋਈ ਜਦੋਂ ਆਪਾਂ ਨੂੰ ਪਤਾ ਸੀ ਕਿ ਸੈਕੰਡ ਵੇਵ ਹੋਣੀ। ਫਿਰ ਪੈਕਸਸ ਜਿਹੜੀ ਜਸੂਸੀ ਦਾ ਜਿਹੜਾ ਜੰਤਰ ਜਿਹੜਾ ਇਹਨਾਂ ਨੇ ਇਜ਼ਰਾਈਲ ਤੋਂ ਲਿਆ ਹੈ ਸਰਕਾਰ ਨੂੰ ਹੀ ਦਿੰਦੇ ਆ, ਹੋਰ ਕਿਸੇ ਨੂੰ ਦਿੰਦੇ ਨਹੀਂਗੇ ਜੀ, ਸਰਕਾਰਾਂ ਨੂੰ ਹੀ ਉਹ ਮੁਹੱਈਆ ਕਰਾਉਂਦਾ ਇਜ਼ਰਾਈਲ, ਉਹ ਵੇਚਦੇ ਹਨ। ਉਹਦੇ ਤੇ ਜਿਹੜਾ ਪਤਾ ਲੱਗਾ ਕਿ ਉਹਦੇ ਤੇ ਜਿਹੜੀ ਜਾਸੂਸੀ ਹੋ ਰਹੀ ਹੈ, ਜਿਹੜੇ ਪ੍ਰੋਮੀਨੈਂਟ ਪਰਸਨੈਲਿਟੀਆਂ ਨੇ ਦੇਸ਼ ਦੀਆਂ ਜਿਨ੍ਹਾਂ ਨੇ ਲੋਕਤੰਤਰ ਕਿਉਂਕਿ ਦੇਸ਼ ਦੀ ਆਜ਼ਾਦੀ ਦੇ ਸਾਨੂੰ ਬੋਲਣ ਦੀ ਆਜ਼ਾਦੀ ਹੈ, ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ, ਉਹਦੇ ਤੇ ਇੱਕ ਬੜਾ ਵੱਡਾ ਇੱਕ ਵਾਰ ਕੀਤਾ ਗਿਆ ਹੈ ਆਜ਼ਾਦੀ ਦੇ ਉੱਤੇ। ਸੋ ਉਹਦੇ ਤੇ ਜਵਾਬ ਮੰਗਣਾ ਹੈ। ਰਾਫੇਲ ਦਾ ਜਿਹੜਾ ਕਰਪਸ਼ਨ ਦੇ ਜਿਹੜੇ ਸੀ ਉਹ ਫਰਾਂਸ ਦੇ ਵਿੱਚ ਤੁਹਾਨੂੰ ਪਤਾ ਕਮੇਟੀ ਬਣ ਕੇ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉਹ ਵੀ ਇੱਕ ਵੱਡਾ ਮੁੱਦਾ ਹੈ। ਸੋ ਅਸੀਂ ਲੋਕ ਸਭਾ ਦਾ ਕੰਮ ਨਹੀਂ ਰੋਕਦੇ, ਅਸੀਂ ਉਹਨਾਂ ਨੂੰ ਕਹਿੰਦੇ ਕਿ ਲੋਕ ਸਭਾ ਦੇ ਜਿਹੜੇ ਬਾਕੀ ਬਿਜ਼ਨਸ ਹੈ, ਜਿਹੜਾ ਬਾਕੀ ਕੰਮ ਤੁਸੀਂ ਚਲਾਉਣਾ ਹੈ, ਕੁਐਸਚਨ ਆਵਰ ਹੈ, ਜ਼ੀਰੋ ਆਵਰ ਹੈ, ਜਾਂ ਤੁਸੀਂ ਬਿੱਲ ਪਾਸ ਕਰਨੇ ਨੇ, ਉਹਨਾਂ ਤੋਂ ਪਹਿਲਾਂ ਤੁਸੀਂ ਕੰਮ ਰੋਕੂ ਮਤੇ ਅਸੀਂ ਦਿੰਦੇ ਹਾਂ, ਸਾਡੀ ਪਾਰਟੀ ਦਿੰਦੀ ਹੈ, ਅਲੱਗ-ਅਲੱਗ ਸਮੇਂ ਦੇ ਸਾਰੇ ਦਿੰਦੇ ਕਿ ਕੰਮ ਰੋਕ ਕੇ ਪਹਿਲਾਂ ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਗੱਲਬਾਤ ਕਰੇ, ਬਹਿਸ ਕਰੇ, ਸਰਕਾਰ ਜਵਾਬ ਦੇਵੇ ਸਰਕਾਰ ਆ ਕੇ, ਔਰ ਸਰਕਾਰ ਉਸ ਤੋਂ ਬਾਅਦ ਆਪਣਾ ਕੰਮ ਚਲਾਵੇ। ਪਰ ਸਰਕਾਰ ਇੱਥੇ ਜਵਾਬ ਨਹੀਂ ਦੇਣਾ ਚਾਹੁੰਦੀ ਕਿਉਂਕਿ ਜੇ ਉਹ ਜਵਾਬ ਦੇਣਾ ਚਾਹੁੰਦੀ ਹੋਵੇ ਤੇ ਕੰਮ ਰੋਕੂ ਮਤੇ ਜਿਹੜੇ ਹੈ ਉਹਨੂੰ ਸਵੀਕਾਰ ਕਰਕੇ ਤੇ ਕਹੇ ਚਲੋ ਠੀਕ ਹੈ ਮੈਂ ਕੰਮ ਰੋਕਤਾ, ਤੁਸੀਂ ਆਪਣੀ ਗੱਲ ਦੱਸੋ, ਪਰ ਸਰਕਾਰ ਨੂੰ ਖਾਰਜ ਕਰ ਦਿੰਦੀ। ਤੇ ਔਜਲਾ ਸਾਹਿਬ ਤੁਹਾਨੂੰ ਲੱਗ ਰਿਹਾ ਵੀ ਸਰਕਾਰ ਖਾਸ ਕਰਕੇ ਪੈਗਾਸਸ ਇਹਨਾਂ ਚੀਜ਼ਾਂ ਤੋਂ ਭੱਜ ਰਹੀ ਹੈ, ਇਹਨਾਂ ਤੇ ਗੱਲ ਨਹੀਂ ਕਰਨਾ ਚਾਹੁੰਦੀ, ਆਖਿਰ ਇਹ ਕਿਉਂ? ਕਿਆ ਮੋਦੀ ਸਰਕਾਰ ਦਾ ਰਵੱਈਆ ਹੁਣ ਤਾਨਾਸ਼ਾਹੀ ਹੋ ਗਿਆ? ਦੇਖੋ ਇਹ ਜਿਹੜਾ ਰਵੱਈਆ ਦੀਪਕ ਜੀ ਸ਼ੁਰੂ ਤੋਂ ਤਾਨਾਸ਼ਾਹੀ ਹੈ। ਇਹਨਾਂ ਦੀ ਜੋੜੀ ਜਦੋਂ ਦੀ ਸ਼ਾਹ ਦੀ ਔਰ ਮੋਦੀ ਉਹਨਾਂ ਦੀ ਚੱਲੀ ਹੈ ਨਾ ਗੁਜਰਾਤ ਤੋਂ, ਉਹ ਦਿਨ ਤੋਂ ਤਾਨਾਸ਼ਾਹੀ ਤਰੀਕੇ ਨਾਲ ਰਾਜ ਕਰ ਰਹੇ ਆ। ਹੁਣ ਤੁਸੀਂ ਦੇਖੋ ਕਿ ਕਾਨੂੰਨ ਪਾਸ ਜਿਹੜੇ ਖੇਤੀ ਕਾਨੂੰਨ ਪਾਸ ਕੀਤੇ ਆ ਉੱਤੋਂ ਲੈ ਕੇ ਤਾਨਾਸ਼ਾਹ ਨਾਲ ਉਹ ਲੋਕ ਸਭਾ 'ਚ ਤੇ ਰਾਜ ਸਭਾ 'ਚ ਪਾਸ ਕੀਤੇ। ਰਾਜ ਸਭਾ 'ਚ ਕਾਨੂੰਨ ਰੁਕ ਜਾਣੇ ਸੀ ਜੀ, ਉੱਥੇ ਬਹੁਮਤ ਆ ਆਪੋਜੀਸ਼ਨ ਕੋਲ, ਪਰ ਉੱਥੇ ਇਹਨਾਂ ਨੇ ਵਾਇਸ ਵੋਟ ਨਾਲ ਪਾਸ ਕਰਤੇ। ਵਾਇਸ ਵੋਟ ਜਦੋਂ ਪ੍ਰੋਵੀਜ਼ਨ ਹੁੰਦਾ ਆ ਵਾਇਸ ਵੋਟ ਕਰਾਉਣ ਦਾ, ਤੇ ਕੋਈ ਬੰਦਾ ਵੀ ਉੱਠ ਕੇ ਡਿਵੀਜ਼ਨ ਮੰਗ ਲੇ ਨਾ ਤੇ ਉਹਨੂੰ ਵੋਟਿੰਗ ਕਰਾਉਣੀ ਪੈਂਦੀ ਹੈ। ਉੱਥੇ ਘੱਟੋ ਘੱਟ ਸਾਰੀਆਂ ਪਾਰਟੀ ਦੇ ਐਮਪੀ ਨੇ ਉੱਠ ਕੇ ਡਿਵੀਜ਼ਨ ਮੰਗੀ, ਪਰ ਉਹਨਾਂ ਨੇ ਮਾਰਸ਼ਲ ਲਾ ਕੇ ਸਾਰੇ ਐਮਪੀ ਬਾਹਰ ਕੱਢਤੇ ਔਰ ਵਾਇਸ ਵੋਟ ਕਹਿ ਕੇ
ਯੈਸ ਔਰ ਨੋ ਕਹਿ ਕੇ ਉਹਨੂੰ ਪਾਸ ਕਰਤਾ। ਤੇ ਔਜਲਾ ਸਾਹਿਬ ਦੇਖੋ, ਔਰ ਮੈਂ ਦੱਸ ਰਿਹਾ ਤਾਨਾਸ਼ਾਹੀ ਉਹੀ ਰਵੱਈਆ, ਉਹੀ ਕਾਨੂੰਨ ਹੁਣ ਜਿਹੜੇ ਨੇ ਉਹ ਕਿਸਾਨ ਬਾਰਡਰਾਂ ਤੇ ਵੀ ਹੈ, 500 ਤੋਂ ਵੱਧ ਮੌਤਾਂ ਵੀ ਹੋ ਚੁੱਕੀਆਂ ਨੇ, ਸਰਕਾਰ ਕੋਈ ਗੱਲਬਾਤ ਕਰਨ ਨੂੰ ਤਿਆਰ ਔਜਲਾ ਸਾਹਿਬ ਕਿਸਾਨ ਦੇਖੋ 500 ਤੋਂ ਵੱਧ ਤੁਸੀਂ ਵੀ ਦੱਸਿਆ, ਸਭ ਨੂੰ ਪਤਾ ਹੈ ਵੀ ਪੇਪਰਸ 'ਚ ਵੀ ਆਉਂਦਾ ਰਿਹਾ ਵੀ ਮੀਡੀਆ 'ਚ ਵੀ ਬਹੁਤ ਸਾਰਾ ਆਇਆ ਕਿ ਕਿਸਾਨਾਂ ਦੀ ਕਾਫੀ ਉੱਥੇ ਡੈਥਸ ਹੋਈਆਂ। ਪਰ ਮੋਦੀ ਸਰਕਾਰ ਸੈਂਟਰ ਗਵਰਨਮੈਂਟ ਕਹਿੰਦੀ ਵੀ ਸਾਡੇ ਕੋਲ ਕੋਈ ਅੰਕੜਾ ਨਹੀਂ ਹੈ। ਹਾਲ ਹੀ ਜਿਹੜੇ ਸੈਂਟਰ ਦੇ ਮਿਨਿਸਟਰ ਨੇ ਨਰਿੰਦਰ ਸਿੰਘ ਤੋਮਰ, ਉਹਨਾਂ ਦਾ ਵੀ ਸਾਡੇ ਕੋਲ ਐਸਾ ਦਾ ਕੋਈ ਅੰਕੜਾ ਨਹੀਂ ਵੀ ਕਿਸੇ ਵੀ ਇੱਕ ਫਾਰਮਰ ਦੀ ਮੌਤ ਹੋਈ ਹੈ। ਇਹੀ ਅਫਸੋਸ ਦੀ ਗੱਲ ਹੈ। ਕਿਹੜਾ ਅੰਦਾਜ਼ਾ ਜਿਹਨੂੰ ਆਪਾਂ ਜਿਹੜਾ ਸਾਨੂੰ ਪੇਟ ਭਰ ਲਿਆ ਨੂੰ ਗਾ ਕੇ ਦਿੰਦਾ ਹੈ, ਉਹਦੀਆਂ ਮੌਤਾਂ ਹੋ ਰਹੀਆਂ, ਤੁਸੀਂ ਉਹਦੀ ਗੱਲ ਮੰਨਣੀ ਨਹੀਂ ਮੰਨਣੀ ਅਲੱਗਾ ਗੱਲ ਹੈ, ਪਰ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹਦੇ ਨਾਲ ਉਹਦੇ ਅੰਕੜੇ ਰੱਖਣੇ, ਉਹਦੀ ਗੱਲਬਾਤ ਤੇ ਨਿਗਾਹ ਰੱਖਣੀ ਔਰ ਉਹਦੇ ਦੁੱਖ ਸੁੱਖ ਦਾ ਸਹਾਈ ਹੋਣਾ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਕੱਲੀ ਉੱਥੋਂ ਹੀ ਨਹੀਂ ਭੱਜਦੇ। ਕਰੋਨਾ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ, ਉਹ ਕਹਿੰਦੇ ਆਕਸੀਜਨ ਕੋਈ ਮੌਤ ਹੀ ਨਹੀਂ ਹੋਈ ਦੇਸ਼ ਨਾਲ, ਉਹ ਕਹਿੰਦੇ ਆਕਸੀਜਨ ਮੌਤ ਹੀ ਨਹੀਂ ਹੋਈ। ਆਕਸੀਜਨ ਦੀ ਘਾਟ, ਬੇਰੁਜ਼ਗਾਰੀ ਅੰਕੜਾ ਕਿੱਥੇ ਚਲੇ ਗਿਆ, ਉਹ ਕਹਿੰਦੇ ਇੱਥੇ ਕੋਈ ਹੈ ਹੀ ਨਹੀਂ। ਉਹਨਾਂ ਮਤਲਬ ਵੈਬਸਾਈਟ ਤੋਂ ਉਹ ਮਤਲਬ ਸਾਈਡ ਹੀ ਕੱਢ ਦਿੱਤਾ, ਉਹ ਪੋਰਸ਼ਨ ਹੀ ਘਟਾ ਦਿੱਤਾ ਹੈ। ਮਤਲਬ ਸਰਕਾਰ ਸਮਝ ਨਹੀਂ ਆ ਰਹੀ ਕਿ ਦੇਸ਼ ਨੂੰ ਚਲਾਉਣ ਕਿੱਦਾਂ ਚਾਹੁੰਦੀ ਹੈ। ਤਾਨਾਸ਼ਾਹੀ ਰਵੱਈਆ, ਵਿਪਕਸ਼ ਦੀ ਆਵਾਜ਼ ਨੂੰ ਬਿਲਕੁਲ ਦਬਾਇਆ ਜਾ ਰਿਹਾ ਹੈ। ਤਾਨਾਸ਼ਾਹੀ ਰਵੱਈਆ, ਜਿਹੜੀਆਂ ਚੀਜ਼ਾਂ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਆ ਉਹ ਦੱਸਣੀਆਂ ਨਹੀਂ, ਉਹਨਾਂ ਤੇ ਨਿਗਾਹ ਵੀ ਨਹੀਂ ਰੱਖਣੀ, ਤੇ ਦੇਸ਼ ਚੱਲੂਗਾ ਕਿਵੇਂ? ਅੱਛਾ ਔਜਲਾ ਸਾਹਿਬ ਦੇਖੋ, ਪਹਿਲੀ ਵਾਰੀ ਹੋਇਆ ਤੁਹਾਡੀ ਵੀ ਬਹੁਤ ਲੰਮਾ ਰਾਜਨੀਤਿਕ ਤੁਹਾਡਾ ਸਫ਼ਰ ਸਾਰਾ ਸਿਆਸੀ ਕੈਰੀਅਰ ਰਿਹਾ ਹੈ। ਪਹਿਲੀ ਵਾਰੀ ਹੋਇਆ ਕਿ ਇੱਕ ਪਾਰਲੀਮੈਂਟ ਦੇ ਸਾਹਮਣੇ ਫਾਰਮਰਸ ਨੇ ਪਾਰਲੀਮੈਂਟ ਲਗਾਈ ਜੀ, ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿੱਦਾਂ ਹੁਣ ਅਸੀਂ ਅੰਦਰ ਪਾਰਲੀਮੈਂਟ 'ਚ ਗੱਲ ਕਰਦੇ ਹਾਂ, ਅਸੀਂ ਉਹਨਾਂ ਦੇ ਮੁੱਦੇ ਰੱਖਦੇ ਹਾਂ। ਹੁਣ ਪਾਰਲੀਮੈਂਟ 'ਚ ਇੱਕ ਬਹੁਤ ਛੋਟਾ ਪੋਰਸ਼ਨ ਹੁੰਦਾ, ਟਾਈਮ ਹੁੰਦਾ, ਜਿਵੇਂ ਇੱਕ ਬਿੱਲ ਹੀ ਜਿਵੇਂ ਪਾਸ ਕਰਨੀ ਸੀ ਤੇ ਸਾਨੂੰ 2-2 ਘੰਟੇ ਟਾਈਮ ਦਿੱਤਾ ਗਿਆ। ਹੁਣ 2 ਘੰਟੇ ਦੇ ਵਿੱਚ ਅਸੀਂ ਸਾਰੀਆਂ ਪਾਰਟੀਆਂ ਦੇ 200 ਮੈਂਬਰ ਪਾਰਲੀਮੈਂਟ ਨੇ, ਘੱਟੋ ਘੱਟ 8 ਤੇ ਅਸੀਂ ਪੰਜਾਬ ਤੋਂ ਹੀ ਹੈਗੇ ਜੀ। ਸੋ 2 ਘੰਟਿਆਂ ਦੇ ਵਿੱਚ ਸਾਨੂੰ ਜਿਹੜਾ ਪੋਰਸ਼ਨ ਹੈ ਟਾਈਮ ਜਿਹੜਾ ਮਿਲਣਾ, ਉਹ ਕਰੀਬ ਮੈਕਸਿਮਮ ਅੱਧਾ ਘੰਟਾ ਹੈ। ਹੁਣ ਅੱਧੇ ਘੰਟੇ 'ਚ ਕਿੱਦਾਂ ਅਸੀਂ ਗੱਲ ਰੱਖ ਪਾਵਾਂਗੇ? ਸਰਕਾਰ ਉਹ ਧੱਕੇ ਨਾ ਕਰਦੀ ਹੈ, ਬਹੁਤ ਰੌਲਾ ਪਾਓ ਤੇ 4 ਘੰਟੇ ਕਰਤਾ, 4 ਘੰਟੇ 'ਚ ਮੈਕਸਿਮਮ ਘੰਟਾ ਸਾਨੂੰ ਮਿਲਿਆ। ਹੁਣ 1 ਘੰਟੇ 'ਚ 8 ਬੰਦੇ ਕਿਵੇਂ ਗੱਲ ਆਪਣੀ ਰੱਖ ਪਾਉਣਗੇ ਪ੍ਰੋਪਰ? ਸੋ ਫਿਰ ਵੀ ਅਸੀਂ ਉਹ ਕੋਸ਼ਿਸ਼ ਕੀਤੀ। ਜਿਹੜੀ ਕਿਸਾਨ ਸੰਸਦ ਲੱਗੀ ਹੈ, ਕਿਉਂਕਿ ਅਸੀਂ ਵੀ ਜੰਤਰ ਮੰਤਰ ਦੇ ਤੁਹਾਨੂੰ ਪਤਾ ਕਿ ਲੰਬੇ ਸਮੇਂ ਤੋਂ ਅਸੀਂ ਵੀ ਧਰਨਾ ਲਾ ਕੇ ਬੈਠੇ। ਕਿਸਾਨ ਸੰਸਦ ਲਾਉਣ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਗੱਲ ਉੱਥੇ ਅਸੀਂ ਨਹੀਂ ਪਹੁੰਚ ਰਹੀ, ਕਿਉਂਕਿ ਉਹ ਔਨ ਰਿਕਾਰਡ ਹੋਣੀ ਹੈ, ਉਹ ਮੀਡੀਆ ਰਾਹੀਂ ਲੋਕਾਂ ਤੱਕ ਕਿਸਾਨ ਪਹੁੰਚਾਉਣਾ ਚਾਹੁੰਦੇ ਨੇ ਜੀ। ਜਿਵੇਂ ਕਾਨੂੰਨ ਹੈ, ਕਾਨੂੰਨ ਦੇ ਵਿੱਚ ਕਿਹੜੀ ਮੱਦ ਜਿਹੜੀ ਆ ਉਹ ਗਲਤ ਹੈ, ਕਿਹੜੀ ਮੱਦ ਜਿਹੜੀ ਆ ਸਾਡੇ ਸਟੇਟ ਦੇ ਅਗੇਂਸਟ ਹੈ, ਜਾਂ ਉਹਦੀ ਕਿਸਾਨ ਦੇ ਅਗੇਂਸਟ ਹੈ, ਜਾਂ ਉਹ ਕਿੱਦਾਂ ਫਾਇਦਾ ਜਿਹੜੀ ਉਹ ਪਹੁੰਚਾ ਰਹੀ ਹੈ, ਉਹ ਚੀਜ਼ਾਂ ਕਿਸਾਨ ਸੰਸਦ ਲਾ ਕੇ ਉਹ ਦੇਸ਼ ਨੂੰ ਦੱਸ ਰਹੇ ਨੇ। ਔਜਲਾ ਸਾਹਿਬ ਦੇਖੋ, ਫਾਰਮਰ ਲਗਾਤਾਰ ਕਰੀਬ 7-6 ਮਹੀਨੇ ਤੋਂ ਇਹਨਾਂ ਦੀ ਗੱਲਬਾਤ ਆਪਸ 'ਚ ਨਹੀਂ ਹੋ ਰਹੀ। ਫਾਰਮਰ ਨੇ ਚਿੱਠੀ ਵੀ ਲਿਖੀ ਸੀ ਪ੍ਰਧਾਨ ਮੰਤਰੀ ਐਸੋਸੀਏਸ਼ਨ ਨੇ ਵੀ ਸਾਡੇ ਨਾਲ ਗੱਲਬਾਤ ਕੀਤੀ ਹੈ, ਪਰ ਨਰਿੰਦਰ ਸਿੰਘ ਤੋਮਰ ਜਿਹੜੇ ਸੈਂਟਰਲ ਮਿਨਿਸਟਰ ਨੇ ਉਹ ਇੱਕੋ ਗੱਲ ਕਹਿੰਦੇ ਆ ਵੀ ਇਹ ਕਾਨੂੰਨ ਰੱਦ ਨਹੀਂ ਹੋਣਗੇ। ਵੀ ਕਿਆ ਇਹ ਲੋਕਤੰਤਰ ਹੈ? ਨਹੀਂ, ਲੋਕਤੰਤਰ ਤੇ ਖਤਮ ਕਰ ਚੁੱਕੇ ਨੇ, ਡੈਮੋਕ੍ਰੇਸੀ ਤੇ ਹੈ ਨਹੀਂ, ਸੰਵਿਧਾਨ ਤੇ ਹੈ ਹੀ ਨਹੀਂ। ਤੇ ਸੰਵਿਧਾਨ ਨੇ ਜਿਹੜਾ ਰਾਈਟ ਦਿੱਤਾ ਆ ਉਹਨੂੰ ਤੇ ਕੁਚਲਦੇ ਨੇ। ਸੋ ਜਦੋਂ ਉਹਨਾਂ ਨੇ ਦੇਖੋ, ਜਦੋਂ ਤੁਸੀਂ ਇੱਕ ਗੱਲ ਹੋਣ ਤੋਂ ਪਹਿਲਾਂ ਕਹਿ ਦੇਣਾ ਕਿ ਆਹ ਕੰਮ ਨਹੀਂ ਹੋਣਾ, ਹੋਰ ਕੋਈ ਗੱਲ ਦੱਸੋ, ਸ਼ਰਤ ਰੱਖ ਲਈ ਨਾ, ਸ਼ਰਤਾਂ ਰੱਖਤੀਆਂ ਵੀ ਆਪਣੀ ਗੱਲ, ਫਿਰ ਕਿਵੇਂ ਗੱਲ ਚੱਲ ਸਕਦੀ ਹੈ? ਇਹ ਪੋਸੀਬਲ ਹੀ ਨਹੀਂ ਹੈਗੀ। ਤੇ ਔਜਲਾ ਸਾਹਿਬ, ਜਿਵੇਂ ਰਾਫੇਲ ਦੀ ਤੁਸੀਂ ਗੱਲ ਕੀਤੀ, ਤੁਹਾਨੂੰ ਮੇਰੀ ਗੱਲ ਹੋਈ ਸੀ ਬੀਜੇਪੀ ਵਾਲਿਆਂ ਨਾਲ, ਉਹ ਕਹਿੰਦੇ ਵੀ ਐਵੇਂ ਰੌਲਾ ਪਾਇਆ, ਰਾਹੁਲ ਗਾਂਧੀ ਨੇ ਸੁਪਰੀਮ ਕੋਰਟ 'ਚ ਪਹਿਲੇ ਮਾਫੀ ਮੰਗੀ ਹੈ ਰਾਫੇਲ ਨੂੰ ਲੈ ਕੇ। ਕਿਸੇ ਨੇ ਮਾਫੀ ਨਹੀਂ ਮੰਗੀ, ਰੌਲਾ ਪਾਉਂਦੇ ਇਹਨਾਂ ਨੇ ਤੇ ਗਲਤ ਪੇਪਰ ਦਿੱਤੇ ਨੇ ਰਾਫੇਲ ਦੇ ਸੁਪਰੀਮ ਕੋਰਟ ਦੇ ਵਿੱਚ, ਉਹ 'ਚੋਂ ਪੇਪਰ ਹੀ ਗਾਇਬ ਕਰਤੇ ਸੀ ਜਿਹੜੇ ਇਹਨਾਂ ਨੇ ਉੱਥੇ ਜਮ੍ਹਾਂ ਕਰਾਏ ਨੇ। ਹੁਣ ਇਹ ਫਾਸੀ ਇਸ ਕਰਕੇ ਗਏ ਕਿਉਂਕਿ ਉੱਥੇ ਇਨਕੁਆਇਰੀ ਸ਼ੁਰੂ ਹੋ ਗਈ ਜਿੱਥੋਂ ਰਾਫੇਲ ਆਇਆ। ਫਰਾਂਸ 'ਚ ਉਹਨਾਂ ਤੇ ਮੰਨ ਲਿਆ ਵੀ 8000 ਕਰੋੜ ਦੀ ਕਰੀਬ ਜਿਹੜੀ ਉਹਨਾਂ ਨੇ ਇਨਕੁਆਇਰੀ ਸ਼ੁਰੂ ਕਰਤੀ ਹੈ। ਹੁਣ ਇਹ ਕਸੂਤੇ ਫਸ ਗਏ ਨੇ। ਹੁਣ ਸਾਡਾ ਤੇ ਰੋਲ ਕੋਈ ਨਹੀਂ, ਨਾ ਤੇ ਅਸੀਂ ਕਰਾਉਣ ਵਾਲਿਆਂ 'ਚ, ਨਾ ਅਸੀਂ ਤੁਹਾਨੂੰ ਦਿਵਾਉਣ ਵਾਲਿਆਂ 'ਚ। ਇਹ ਤਾਂ ਤੁਹਾਡਾ ਆਪਸੀ ਤਾਲਮੇਲ ਹੈ ਨਾ ਜੀ। ਹੁਣ ਤੁਸੀਂ ਕਿਵੇਂ ਲਏ, ਕੀ ਲਿਆ, ਕੀ ਨਹੀਂ ਲਿਆ, ਪਰ ਸਾਨੂੰ ਪਤਾ ਕਿ ਕਰਪਸ਼ਨ ਹੋਈ ਹੈ, ਤੁਸੀਂ ਮੰਨਦੇ ਨਹੀਂ। ਔਜਲਾ ਸਾਹਿਬ, ਹੁਣ ਇਨਕੁਆਇਰੀ ਖੁੱਲ ਗਈ ਹੈ ਜੀ, ਹੁਣ ਇਹਨਾਂ ਨੂੰ ਕੋਈ ਰਾਹ ਨਹੀਂ ਮਿਲਦਾ, ਉੱਥੇ ਜਵਾਬ ਕੀ ਦੇਣੇ ਆ ਕੇ? ਤੇ ਔਜਲਾ ਸਾਹਿਬ, ਤੁਹਾਡਾ ਕਾਂਗਰਸ ਦਾ ਰਵੱਈਆ ਇਹੀ ਰਹੇਗਾ ਜਿੰਨਾ ਚਿਰ ਉਹ ਜਿਹੜਾ ਪ੍ਰਸਤਾਵ, ਤੁਹਾਡੀ ਗੱਲਾਂ ਨਹੀਂ ਮੰਨੀਆਂ ਜਾਂਦੀਆਂ, ਤੁਸੀਂ ਮੌਨਸੂਨ ਸੱਤਰ ਚੱਲਣ ਦਿਓਗੇ ਜਾਂ ਨਹੀਂ? ਦੀਪਕ ਜੀ, ਅਸੀਂ ਤਾਂ ਕਹਿੰਦੇ ਸਵੇਰੇ ਚਲਾਓ, ਸਾਡਾ ਮੌਨਸੂਨ ਸੱਤਰ ਨਾ ਚਲਾਉਣ ਨਾਲ ਤਾਂ ਕੋਈ ਵਾਸਤਾ ਹੀ ਨਹੀਂ ਹੈਗਾ। ਅਸੀਂ ਜਿਹੜਾ ਲੋਕੀ ਸਾਡੇ ਕੋਲ ਸਵਾਲ ਪੁੱਛਦੇ, ਜਾਂ ਅਸੀਂ ਲੋਕਾਂ ਦੇ ਨੁਮਾਇੰਦੇ ਹੋਣ ਤੇ ਜੋ ਹਾਵ ਭਾਵ ਲੋਕਾਂ ਦਾ ਆ, ਅਸੀਂ ਉਹ ਨਿਚੋੜ ਕੱਢ ਕੇ ਆਪਣੇ ਅੰਦਰ ਲਿਜਾ ਕੇ ਤੇ ਉੱਥੇ ਰੱਖਣਾ ਆ ਪਾਰਲੀਮੈਂਟ 'ਚ, ਉਹਦਾ ਜਵਾਬ ਦੇ ਦੇਣ। ਗੱਲ ਤੇ ਇੰਨੀ ਕਿਹਾ, ਗੱਲ ਕੋਈ ਲੰਬੀ ਹੈ ਨਹੀਂ। ਪਰ ਹੁੰਦਾ ਕੀ ਹੈ ਕਿ ਉੱਥੇ ਹੁਣ ਜਵਾਬ ਦਿੱਤਾ ਦੇਸ਼ ਦੇ
ਔਨ ਰਿਕਾਰਡ ਆ ਜਾਣਾ, ਕਿਉਂਕਿ ਇਹ ਬਹੁਤ ਬੁਰੀ ਤਰ੍ਹਾਂ ਫਸੇ ਨੇ। ਪੈਕਸਸ ਜਿਹੜਾ ਸੌਫਟਵੇਅਰ ਲਿਆਂਦਾ ਇਹਨਾਂ ਨੇ ਬਾਹਰੋਂ। ਹੁਣ ਮੁਸ਼ਕਿਲ ਇਹ ਹੈ ਕਿ ਇਹ ਹੁੰਦੇ ਨੇ ਅੱਤਵਾਦੀਆਂ ਦੇ ਅੰਗੇਜ ਯੂਜ਼ ਕਰਨ ਵਾਲੇ। ਕੋਈ ਅੱਤਵਾਦੀਆਂ ਦਾ ਨੰਬਰ ਮਿਲ ਗਿਆ, ਉਹਨੂੰ ਲਿਆ ਕੇ ਪਾ ਲਓ, ਜਾਂ ਕੋਈ ਜਿਹੜਾ ਐਂਟੀ ਸੋਸ਼ਲਿਸਟ ਬੰਦਾ ਹੈ ਜੀ ਉਹਨੂੰ ਉਹਦਾ ਨੰਬਰ ਪਾ ਕੇ, ਜਾਂ ਜਿਹੜਾ ਗਲਤ ਬੰਦਾ ਹੈ, ਸੁਰੱਖਿਆ ਦੇਸ਼ ਦੀ ਸੁਰੱਖਿਆ ਦੇ ਖਤਰਾ ਲੱਗਦਾ ਹੋਵੇ, ਉੱਥੇ ਇਹ ਯੂਜ਼ ਕੀਤਾ ਜਾਂਦਾ ਹੈ ਵਾਲਾ। ਇਹ ਤੇ ਕਾਫੀ ਮਹਿੰਗਾ ਸੌਫਟਵੇਅਰ ਹੈ। ਇੱਕ ਬੰਦੇ ਦੀ ਜਦੋਂ ਜਸੂਸੀ ਕਰਾਣੀ ਹੈ, ਕਹਿੰਦੇ ਆ ਵੀ ਉਹਦਾ ਇੱਕ ਬੰਦੇ ਦੀ ਜਸੂਸੀ ਕਰਾਉਣ ਤੇ 70-80 ਲੱਖ 1 ਕਰੋੜ ਰੁਪਏ ਲੱਗ ਜਾਂਦਾ। ਇਹਦੇ ਚ ਇਹ ਹੈ ਕਿ ਇਹ ਨਾ ਕਲੋਨ ਤੁਹਾਡਾ, ਜਿਵੇਂ ਫੋਨ ਹੈ ਨਾ, ਫੋਨ ਦਾ ਕਲੋਨ ਇੱਕ ਨੰਬਰ ਰਾਹੀਂ ਕਲੋਨ ਉਹਨਾਂ ਕੋਲ ਚਲੇ ਜਾਂਦਾ ਤੁਹਾਡਾ ਫੋਨ ਹੀ। ਸਮਝ ਲਓ ਫੋਨ ਹੀ ਤੁਹਾਡਾ ਉੱਧਰ ਚਲੇਗਾ। ਹਾਂਜੀ, ਜੋ ਤੁਸੀਂ ਇੱਥੇ ਕਰਨ ਦੇ ਨਾਲ ਉਹਨਾਂ ਨੂੰ ਦਿਖ ਰਿਹਾ, ਜੋ ਤੁਸੀਂ ਚਾਹੇ ਫੇਸ ਟਾਈਮ ਕਰੋ, ਚਾਹੇ ਕੋਈ ਵੀ, ਜਿਹੜੀਆਂ ਦੇ ਸੇਫ ਬਹੁਤ ਹੈ, ਕੋਈ ਵੀ ਐਪ, ਉਹ ਸਾਰੀਆਂ ਹੀ ਉਹਨਾਂ ਕੋਲ ਜਾਂਦੀਆਂ। ਮਤਲਬ ਤੁਹਾਡੀ ਕੋਈ ਸੀਕ੍ਰੇਟ ਨਹੀਂ ਰਹੇਗਾ ਕੁਝ ਵੀ। ਬਟ ਇਹ ਹੁੰਦਾ, ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਕਿ ਦੁਸ਼ਮਣ ਦਾ ਨੰਬਰ ਲੈ ਕੇ ਉਹਨੂੰ ਵਿੱਚ ਰਿਕਾਰਡ ਚੈੱਕ ਕਰਨਾ। ਪਰ ਇਹਨਾਂ ਨੇ ਰਾਜਨੀਤਿਕ ਪਾਰਟੀਆਂ ਦੀ ਤੁਹਾਨੂੰ ਲੱਗਦਾ ਇਹਨਾਂ ਨੇ ਆਪੋਜੀਸ਼ਨ ਪਾਰਟੀਆਂ ਦੇ ਨੰਬਰ ਸਾਰੇ ਪਾਤੇ ਆ। ਰਾਹੁਲ ਗਾਂਧੀ ਦਾ ਨੰਬਰ ਵੀ ਸ਼ਾਇਦ ਐਵਰੀ, ਰਾਹੁਲ ਗਾਂਧੀ ਜੀ ਦਾ, ਬਾਕੀ ਵੀ ਸਾਰੇ ਬੰਦਿਆਂ ਦੇ, ਪ੍ਰਸ਼ਾਂਤ ਕਿਸ਼ੋਰ ਦੇ ਵੀ ਸ਼ਾਇਦ, ਪ੍ਰਸ਼ਾਂਤ ਕਿਸ਼ੋਰ ਦਾ ਵੀ, ਮਮਤਾ ਬੈਨਰਜੀ ਉਹਨਾਂ ਦੇ, ਸ਼ਰਦ ਪਵਾਰ ਉਹਨਾਂ ਦੇ, ਸਾਰੇ ਨੰਬਰ ਉਹਨਾਂ ਦੇ ਪਾਏ। ਪਲੱਸ ਜਿੰਨੇ ਜਰਨਲਿਸਟ ਨੇ ਦੇਸ਼ ਦੇ ਵਿੱਚ, ਜੀ, ਜਿਹੜੇ ਦੋ ਲੋਕਾਂ ਦੀ ਆਵਾਜ਼ ਚੁੱਕਦੇ, ਉਹਨਾਂ ਦੇ ਨੰਬਰ ਸਾਰੇ ਪਾਤੇ। ਪਲੱਸ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੈ, ਉਹਨਾਂ ਦੇ ਨੰਬਰ ਪਾਤੇ। ਜਿਹੜੇ ਬਿਊਰੋਕਰੇਟ ਨੇ, ਉਹਨਾਂ ਦੇ ਨੰਬਰ ਪਾਤੇ। ਇਵਨ ਕਿ ਆਪਣੇ ਮਿਨਿਸਟਰਾਂ ਦੀ ਵੀ ਜਸੂਸੀ ਕਰਨ ਰਹੇ। ਮਤਲਬ ਇੱਥੋਂ ਤੱਕ ਸਾਡੀ ਨੈਤਿਕਤਾ ਗਿਰ ਗਈ ਹੈ ਕਿ ਜਿਹੜੀ ਚੀਜ਼ ਦੁਸ਼ਮਣ ਵਾਸਤੇ ਬਣੀ ਸੀ, ਅਸੀਂ ਆਪਣਿਆਂ ਨੂੰ ਦੁਸ਼ਮਣ ਸਮਝ ਬੈਠੇ ਹਾਂ, ਔਰ ਉਸ ਕਰਕੇ ਸਰਕਾਰ ਉੱਤੋਂ ਭੱਜਦੀ ਆ। ਹੁਣ ਇੱਕ ਆਈਟੀ ਮਿਨਿਸਟਰ ਉਹਦਾ ਜਵਾਬ ਦੇਣ ਡਿਆ। ਇਹ ਜਿਹੜਾ ਮਹਿਕਮਾ ਹੈ ਆਈਟੀ ਮਿਨਿਸਟਰ ਦਾ ਨਹੀਂ ਹੈ ਜੀ, ਇਹ ਹੋਮ ਮਿਨਿਸਟਰ ਦਾ। ਹੋਮ ਮਿਨਿਸਟਰ ਗੱਲ ਕਰੇ ਉੱਥੇ ਪਵੇ, ਪਰ ਉਹ ਇੱਥੇ ਗੱਲ ਹੀ ਨਹੀਂ ਕਰਨਾ। ਤੁਹਾਨੂੰ ਲੱਗਦਾ ਕਿ ਜੇ ਇਹਦੇ ਤੇ ਗੱਲ ਕਰਨਗੇ ਤੇ ਫਸ ਜਾਣਗੇ? ਤੇ ਇਹਦੀ ਜੁਡੀਸ਼ੀਅਲੀ ਡਿਮਾਂਡ, ਅਸੀਂ ਕਹਿ ਰਹੇ ਹਾਂ ਕਿ ਸਿਟਿੰਗ ਜੱਜ ਤੋਂ ਜਾਂਚ ਕਰਾਓ ਇਹਦੀ ਅੱਜ ਸ਼ਾਇਦ ਇੱਕ PIL ਵੀ ਫਾਈਲ ਹੋਈ ਹੈ ਸੁਪਰੀਮ ਕੋਰਟ। ਚਲੋ ਉਹ ਹੋ ਸਕਦੇ ਕੋਈ ਨੋਟਿਸ ਲੈ ਲੈਣ, ਪਰ ਸਰਕਾਰ ਇਸ ਵੇਲੇ ਤੋਂ ਬਗੈਰ ਭੱਜੀ ਹੈ। ਫਿਰ ਤੁਸੀਂ ਮਹਿੰਗਾਈ ਦੀ ਗੱਲ ਕਰ ਲਓ। ਅੱਜ ਪੈਟਰੋਲ ਡੀਜ਼ਲ ਇੰਨਾ ਮਹਿੰਗਾ ਹੋ ਗਿਆ ਕਿ ਹਰ ਬੰਦੇ ਨੂੰ ਇਸ ਵੇਲੇ, ਕਿਉਂਕਿ ਲੇਬਰ ਕਰਨੀ ਕਿਤੇ ਜਾਣਾ, ਹਰ ਇੱਕ ਦੇ ਘਰ ਮਾੜਾ ਮੋਟਾ ਪੈਟਰੋਲ ਡੀਜ਼ਲ ਵਾਲਾ ਕੋਈ ਨਾ ਕੋਈ ਛੋਟਾ ਮੋਟਾ ਸਾਧਨ ਹੈਗਾ। ਦੂਜਾ ਕਿਸਾਨਾਂ ਦਾ ਬਹੁਤ ਵੱਡਾ ਖੇਤੀ ਦਾ ਮਤਲਬ ਪ੍ਰਭਾਵ ਵੀ, ਖੇਤੀ ਤੇ ਬਹੁਤ ਵੱਡਾ ਪ੍ਰਭਾਵ ਹੈ ਡੀਜ਼ਲ ਦਾ। ਜੀ। ਗੈਸ ਹਰ ਘਰ ਦੇ ਵਿੱਚ ਗੈਸ ਸਿਲੰਡਰ ਤਕਰੀਬਨ ਹੈਗੇ, ਸਬਸਿਡੀ ਆਲਮੋਸਟ ਖਤਮ ਕਰਤੀ ਇਹਨਾਂ ਨੇ। ਹਾਂਜੀ, ਉਹ ਵੀ। ਸਰੋਂ ਦਾ ਤੇਲ ਜਿਹੜਾ ਇੰਨਾ ਮਹਿੰਗਾ ਹੋ ਗਿਆ। ਇਹ ਸਾਰੀਆਂ ਗੱਲਾਂ ਦੇਸ਼ ਇਸ ਵੇਲੇ ਜਵਾਬ ਮੰਗ ਰਿਹਾ ਵੀ ਦੇਸ਼ ਜਾ ਕਿੱਧਰ ਨੂੰ ਰਿਹਾ। ਆਮਦਨ ਤੇ ਵਧੀ ਨਹੀਂ ਜੀ, ਰੁਪਈਆ ਦਿਨ ਬ ਦਿਨ ਡਿੱਗ ਰਿਹਾ ਜੀ, ਰੁਪਈਆ ਕਮਜ਼ੋਰ ਹੋ ਰਿਹਾ। ਔਰ ਇਹ ਜਿਹੜੀ ਮਹਿੰਗਾਈ ਵਧ ਰਹੀ, ਇਹ ਕਿਵੇਂ ਦੇਸ਼ ਵਿੱਚ ਗੁਜ਼ਾਰਾ ਕਰੂ? ਆਮ ਬੰਦਾ ਕਿਵੇਂ ਆਪਣੀ ਰੋਜੀ ਰੋਟੀ ਚਲਾਊਗਾ? ਇਹ ਤਾਂ ਕਾਰਪੋਰੇਟਾਂ ਦੀ ਸਰਕਾਰ ਹੋ ਗਈ ਵੀ ਫੈਸਲੇ ਥੋਪੀ ਜਾਂਦੇ ਆ, ਜੋ ਉਹਨਾਂ ਨੂੰ ਫਾਇਦਾ ਜਿੱਥੋਂ ਪਹੁੰਚਾਉਣਾ ਉਹ ਕੰਮ ਕਰੀ ਜਾਂਦੇ ਆ। ਉਹ ਜਿਹੜਾ ਦੀਪਕ ਜੀ ਇਹ ਹੁੰਦਾ ਹੈ ਕਿ ਜਿਹੜੇ ਲੋਕਾਂ ਦਾ ਇਤਿਹਾਸ ਪੁਰਾਣਾ, ਦੇਸ਼ ਦੇ ਵਿੱਚ ਕੁਰਬਾਨੀਆਂ 'ਚ ਹਿੱਸਾ ਨਾ ਹੋਵੇ, ਜਿਨ੍ਹਾਂ ਨੂੰ ਇਹ ਨਾ ਪਤਾ ਹੋਵੇ ਪਾਰਟੀ ਨੂੰ ਵੀ ਦੇਸ਼ ਆਜ਼ਾਦ ਕਿੱਦਾਂ ਹੋਇਆ, ਉਹ ਪਾਰਟੀ ਜਿਹਦੇ ਜਿਹੜੇ ਮੁਖੀ ਸੀ, ਜਿਹੜੇ ਉਸ ਸਮੇਂ ਦੇ ਜਿਹੜੇ ਸੋ ਕਾਲ ਦੇ ਇਹਨਾਂ ਦੇ ਮੁਖੀ ਸਨ, ਉਹ ਬੰਦੇ ਮਾਫੀਆਂ ਮੰਗਣ ਕਾਲੇ ਪਾਣੀ ਤੋਂ ਕਿ ਮਤਲਬ ਸਾਨੂੰ ਮਾਫ ਕਰ ਦਿਓ ਅੰਗਰੇਜ਼ਾਂ ਤੋਂ, ਵੀ ਸਾਨੂੰ ਸਾਡਾ ਕਿਹੜਾ ਛੱਡ ਦਿਓ, 100 ਕਿੰਨੇ ਚਿੱਠੀਆਂ ਲਿਖ ਬੈਠੇ ਹੋ, ਉਹ ਸਾਰਾ ਰਿਕਾਰਡ ਹੈ। ਹੁਣ ਉਹ ਤੇ ਗੱਲ ਨਹੀਂ ਕਰਦੇ। ਉਹ ਲੋਕਾਂ ਦੇ ਵਿੱਚ ਦੇਸ਼ ਭਗਤੀ ਕਿੱਥੋਂ ਆ ਸਕਦੀ? ਉਹਨਾਂ ਦੇ ਦੇਸ਼ ਦਾ ਦਰਦ ਕਿੱਥੋਂ ਆ ਸਕਦਾ? ਉਹ ਤੇ ਜਿਹੜੀ ਗੱਲ ਕਰਨਗੇ ਕਾਰਪੋਰੇਟ ਦੀ ਕਰਨਗੇ। ਸੋ ਅੱਜ ਇਹਨਾਂ ਨੇ ਇੱਕ ਵੀ ਐਜੀਟੇਸ਼ਨ ਇਹੋ ਜਿਹਾ ਨਹੀਂ ਹੈਗਾ ਜਿਹੜਾ ਇਹਨਾਂ ਦੇ ਖਾਤੇ ਜਾਂਦਾ ਹੋਵੇ ਵੀ ਇਹਨਾਂ ਲੋਕ ਹਿੱਤਾਂ ਵਾਸਤੇ ਕੀਤਾ ਹੋਵੇ, ਜਿਹੜਾ ਦੇਸ਼ ਨੂੰ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ। ਉਹੀ ਚੀਜ਼ ਸਾਹਮਣੇ ਆ ਰਹੀ ਹੈ, ਉਹੀ ਚੀਜ਼। ਕਿਉਂਕਿ ਇਹਨਾਂ ਨੇ ਸਿਰਫ ਇੱਕ, ਮੈਂ ਇਹ ਵੀ ਕਹੂੰਗਾ ਕਿ ਰਾਮ ਮੰਦਿਰ ਤੇ ਇਹਨਾਂ ਨੇ ਸਿਰਫ ਇੱਕ ਐਜੀਟੇਸ਼ਨ ਕੀਤਾ, ਅਦਰਵਾਈਜ਼ ਇੱਕ ਵੀ ਐਜੀਟੇਸ਼ਨ ਇਹਨਾਂ ਦਾ ਹੈ ਨਹੀਂ। ਤੇ ਉਹ ਵੀ ਸ਼੍ਰੀ ਰਾਮ ਜੀ ਦੇ ਜਿਹੜੇ ਹੁਣ ਜਿਹੜੀ ਸ੍ਰਿਸ਼ਟੀ ਆ, ਉਹਨੂੰ ਇਹਨਾਂ ਨੇ ਇੰਨਾ ਦੁਖੀ ਕਰ ਦਿੱਤਾ ਹੈ ਮਹਿੰਗਾਈ ਦੀ ਮਾਰ ਦੇ ਹੇਠ। ਉਹ ਵੀ ਨਹੀਂ ਸਮਝ ਆਉਂਦੀ ਵੀ ਉਹ ਕੀ ਸੀ। ਤੇ ਔਜਲਾ ਸਾਹਿਬ ਦੇਖੋ, ਤੁਹਾਡਾ 8 ਮਹੀਨੇ ਤੋਂ ਲਗਾਤਾਰ ਜੰਤਰ ਮੰਤਰ ਤੇ ਧਰਨਾ ਜਾਰੀ ਹੈ। ਹੁਣ ਤੁਸੀਂ 19 ਤਰੀਕ ਜਦੋਂ ਦਾ ਮੌਨਸੂਨ ਸੱਤਰ ਸ਼ੁਰੂ ਹੋਇਆ ਲੋਕ ਸਭਾ ਦਾ, ਤੁਸੀਂ ਬਾਈਕਾਟ ਕਰਕੇ ਤੁਸੀਂ ਬਾਹਰ ਬੈਠੇ ਹੋ, ਪ੍ਰਦਰਸ਼ਨ ਵੀ ਕਰ ਰਹੇ ਹੋ, ਪਰ ਸਰਕਾਰ ਤੁਹਾਡੀ ਸੁਣ ਨਹੀਂ ਰਹੀ ਗੱਲ। ਤੁਸੀਂ ਆਪਣੇ ਉਸ ਸਟੈਂਡ ਤੇ ਕਾਇਮ ਹੋ ਵੀ ਜਦੋਂ ਤੱਕ ਜਿਹੜਾ ਅਰਜੈਂਟਮੈਂਟ ਮੋਸ਼ਨ ਸਰਕਾਰ ਨਹੀਂ ਕਰਦੀ ਤੇ ਤੁਹਾਡਾ ਇਹੋ ਰਵੱਈਆ ਰਹੇਗਾ। ਬਿਲਕੁਲ, ਉਹ ਤੇ ਕੁਦਰਤੀ ਗੱਲ ਹੈ, ਉਹ ਅਸੀਂ ਉਹ ਤੋਂ ਪਿੱਛੇ ਹਟ ਹੀ ਨਹੀਂ ਸਕਦੇ। ਦੇਸ਼ ਨੂੰ ਜਵਾਬ ਦੇ। ਪਰ ਸਰਕਾਰ ਤੁਸੀਂ ਨਹੀਂ ਬੋਲੋ, ਸਰਕਾਰ ਤਾਂ ਅੰਦਰ ਬੈਠੇ ਬਿੱਲ ਪਾਸ ਕਰੀ ਜਾਂਦੀ ਹੈ, ਕੁਝ ਬਿੱਲ ਪਾਸ ਕੀਤੇ ਜਾਂਦੇ ਕੱਲ। ਇਹੀ ਤਾਨਾਸ਼ਾਹੀ ਆ। ਉਦੋਂ ਜਿੱਦਣ ਅਸੀਂ ਲੋਕ ਸਭਾ ਦੇ ਅੰਦਰ ਬੈਠੇ ਸਾਂ, ਇਸੇ ਕਰਕੇ ਬੈਠੇ ਆ ਵੀ ਤੁਸੀਂ ਬਿਜ਼ਨਸ ਨਾ ਚਲਾਓ। ਸਾਰੀ ਆਪੋਜੀਸ਼ਨ ਵੈਲ 'ਚ ਖੜੀ ਆ। ਆਪੋਜੀਸ਼ਨ ਦਾ ਕੋਈ ਬੰਦਾ ਆਪਣੀ ਸੀਟ ਤੇ ਨਹੀਂ ਬੈਠਾ। ਤੁਸੀਂ ਬਿੱਲ ਹਾਊਸ ਕਿੱਦਾਂ ਚਲਾਤੇ? ਹਾਊਸ ਤੇ ਆਊਟ ਆਫ ਆਰਡਰ ਹੈ, ਪਰ ਨਹੀਂ, ਤਾਨਾਸ਼ਾਹੀ ਹੈ। ਚਲਾਉਣਾ ਅਸੀਂ ਲੋਕਾਂ ਨੂੰ ਇਹ ਦੱਸਣਾ ਕਿ ਦੇਖੋ ਅਸੀਂ ਕੰਮ ਕਰ ਰਹੇ ਹਾਂ। ਦੇਖੋ, ਇਹ ਪਹਿਲੀ ਵਾਰੀ ਹੋਇਆ ਜਦੋਂ UPA ਗਵਰਨਮੈਂਟ ਸੀ ਜਾਂ NDA ਗਵਰਨਮੈਂਟ ਪੁਰਾਣੀ ਸੀ ਵਾਜਪਾਈ ਜੀ ਦੀ ਵੇਲੇ ਦੀ, ਉਦੋਂ ਸਾਰੀ ਪ੍ਰੋਸੀਡਿੰਗ ਹਾਊਸ ਦੀ ਦਿਖਾਉਂਦੇ ਹੁੰਦੇ ਸੀ।
ਕੌਣ ਰੌਲਾ ਪਾ ਰਿਹਾ, ਕੌਣ ਗਲਤ ਕਰ ਰਿਹਾ, ਸਭ ਕੁਝ ਦਿਖਾਉਂਦੀ ਸੀ। ਹੁਣ ਸਿਰਫ ਤੇ ਸਿਰਫ ਇਹਨਾਂ ਦੇ ਮਿਨਿਸਟਰਾਂ ਦੇ ਚਿਹਰੇ ਦਿਖਦੇ ਆ, ਜਾਂ ਅੱਛਾ, ਤੁਹਾਡੀ ਚਲੋ ਆਪੋਜੀਸ਼ਨ ਦੀ ਆਵਾਜ਼ ਵੀ ਨਹੀਂ ਆਉਂਦੀ ਜਦੋਂ ਤੁਹਾਡੇ ਸਾਹਮਣੇ ਹੀ ਕਦੇ ਆਪੋਜੀਸ਼ਨ ਦਾ ਕੋਈ ਦੱਸ ਦਿਓ, ਕੋਈ ਇੱਕ ਵੀ ਉਹਨਾਂ ਨੇ ਕੈਮਰਾ ਫੋਕਸ ਕੀਤਾ ਹੋਵੇ ਵੀ ਕਿੰਨੇ ਬੰਦੇ ਵੈਲ 'ਚ ਖੜੇ, ਤਾਂ ਕਿ ਦੇਸ਼ ਵੇਖੇ ਤੇ ਸਹੀ। ਸੀਟਾਂ ਤਾਂ ਸਾਰੀਆਂ ਖਾਲੀ ਨੇ ਆਪੋਜੀਸ਼ਨ ਦੀਆਂ, ਉਹ ਦਿਖਾਉਣੀਆਂ ਨਹੀਂ। ਬੈਲ 'ਚ ਕੈਮਰਾ ਹੀ ਨਹੀਂ ਮਾਰਨਾ, ਸਿਰਫ ਸਪੀਕਰ ਸਾਹਿਬ ਤੇ ਮਾਰਨਾ ਹੈ, ਤੇ ਜਾਂ ਜਿਹੜਾ ਕੋਈ ਇਹਨਾਂ ਦਾ ਮਿਨਿਸਟਰ ਬੋਲਦਾ, ਜਾਂ ਇਹਨਾਂ ਦਾ ਕੋਈ ਬੀਜੇਪੀ ਦਾ ਜਾਂ ਇਹਨਾਂ ਦੇ ਲਾਈਨਸ ਪਾਰਟਨਰ ਜਿਹੜੇ ਕੋਈ ਗੱਲ ਕਰਦੇ, ਉਹ ਬਸ ਦਿਖਾਉਣੀ ਹੈ। ਤੁਸੀਂ ਦੇਖੋ ਮੇਰੇ ਗਲੇ ਦਾ ਇੰਨਾ ਬੁਰਾ ਹਾਲ ਹੈ, 8-9 ਦਿਨ ਹੋ ਗਏ ਆ, ਮਤਲਬ 8-8 10-10 ਘੰਟੇ ਸਾਡੇ ਤੋਂ ਉੱਥੇ, ਮਤਲਬ ਸਾਡੀ ਇੱਕ ਤਪੱਸਿਆ ਦੇ ਹਿਸਾਬ ਨਾਲ ਸਾਨੂੰ ਕਰਨਾ ਪੈਂਦਾ ਪੂਰਾ। ਇਹ ਲੋਕਾਂ ਦੇ ਤੇ ਕੰਨ ਤੇ ਜੋ ਨਹੀਂ ਸਰਕਦੀ। ਅਸੀਂ ਇਨਸਾਨ ਹੈ, ਮਤਲਬ ਕਿੱਦਾਂ ਤੁਸੀਂ ਇੰਨਾ ਲੰਬਾ ਸਮਾਂ ਮਤਲਬ ਨਾਅਰੇਬਾਜ਼ੀ ਕਰ ਸਕਦੇ, ਕਿਉਂਕਿ ਸਾਨੂੰ ਡਿਸਟਰਬ ਤੇ ਕਰਨਾ ਪੈਂਦਾ ਫਿਰ, ਕਿਉਂਕਿ ਜੇ ਨਹੀਂ ਕਰਾਂਗੇ ਫਿਰ ਤੇ ਮਤਲਬ ਫਿਰ ਤੇ ਚੁੱਪ ਕਰਕੇ ਬਹਿ ਗਏ, ਫਿਰ ਤੇ ਐਂ ਲੱਗੂਗਾ ਜਿਵੇਂ ਇਕੱਠੇ ਹੋ ਗਏ। ਮਤਲਬ ਪਰ ਇਹਨਾਂ ਤੇ ਕੋਈ ਅਸਰ ਨਹੀਂਗਾ। ਸਾਨੂੰ 10-10 ਵਾਰੀ ਦਿਹਾੜੀ 'ਚ ਹਾਊਸ ਰਿਜ਼ਰਨ ਕਰਾਉਣਾ ਪੈਂਦਾ, ਨਹੀਂ ਤੇ ਕਦੀ ਹੋਇਆ ਵੀ 200 ਬੰਦਾ ਬੈਲ 'ਚ ਹੋ ਜਾਂਦਾ, ਹਾਊਸ ਆਊਟ ਆਫ ਆਰਡਰ ਹੈ, ਤੁਸੀਂ ਚਲਾਉਣਾ ਕਿੱਦਾਂ ਹੈ? ਪਰ ਨਹੀਂ ਹਟਦੇ। ਉਹ ਕਹਿੰਦੇ ਦੇਖਾਂਗੇ ਤੁਸੀਂ ਕਿੰਨਾ ਬੋਲਦੇ, ਅਸੀਂ ਕਿਹਾ ਵੀ ਕੋਈ ਗੱਲ ਨਹੀਂ, ਸਾਡਾ ਇਤਿਹਾਸ ਪੁਰਾਣਾ ਹੈ, ਸਾਨੂੰ ਜਿੰਨਾ ਚਿਰ ਵੀ ਸੰਘਰਸ਼ ਕਰਨਾ ਪਊ ਕਰਾਂਗੇ। ਥੋੜੀ ਗੱਲ ਤੁਹਾਡੀ ਹੈ ਨਾ ਵੀ ਨਹੀਂ ਚੱਲਣ ਦਿਓਗੇ, ਬਿਲਕੁਲ ਨਹੀਂ ਚੱਲਣ ਦਿਆਂਗੇ। ਅਸੀਂ ਕਹਿੰਦੇ ਚਲਾਓ, ਸਵੇਰੇ ਚਲਾਓ, ਪਰ ਪਹਿਲੇ ਸਾਡੀ ਗੱਲ ਸੁਣੋ। ਸਾਡੇ ਜਿਹੜੇ ਕੰਮ ਰੋਕੂ ਮਤਾ ਹੈ ਉਹਨੂੰ ਸਵੀਕਾਰ ਕਰੋ, ਉਹ ਤੋਂ ਅੱਗੇ ਕਹਾਂ। ਪਹਿਲੇ ਸਾਡੀ ਗੱਲ ਸੁਣੋ। ਹਾਂਜੀ, ਅੱਛਾ, ਇਹ ਤੇ ਪਹਿਲਾ ਸਭ ਹੋ ਗਈ ਲੋਕ ਸਭਾ ਦੀ ਗੱਲ। ਜੇ ਪੰਜਾਬ ਦੀ ਸੀ ਗੱਲ ਕਰੀਏ, ਉਹ ਨਵਜੋਤ ਸਿੰਘ ਸਿੱਧੂ ਪ੍ਰਧਾਨ ਕਾਂਗਰਸ ਦੇ ਨਵੇਂ ਬਣਾਤੇ ਗਏ ਨੇ। ਕਿਆ ਤੁਹਾਨੂੰ ਲੱਗਦਾ ਕਿ ਸੀਐਮ ਸਾਹਿਬ ਦੀ ਜਿਹੜੀ ਲੋਕਾਂ 'ਚ ਇੱਕ ਮੈਸੇਜ ਸੀ ਵੀ 4.5 ਸਾਲ ਕਾਂਗਰਸ ਨੇ ਕੁਝ ਨਹੀਂ ਕੀਤਾ, ਜੋ ਐਸੀ ਚਰਚਾਵਾਂ ਹੈ ਵੀ ਪ੍ਰਸ਼ਾਂਤ ਕਿਸ਼ੋਰ ਜੀ ਨੇ ਜਾ ਕੇ ਉੱਪਰ ਦੱਸਿਆ, ਇਸ ਕਰਕੇ ਕਿਉਂਕਿ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਸੀ ਵੀ ਅਸੀਂ ਲੋਕਾਂ ਨਾਲ ਕੀਤੇ ਵਾਅਦੇ ਹੀ ਨਹੀਂ ਪੂਰੇ ਕੀਤੇ, ਤੇ ਕਿਹੜੇ ਮੂੰਹ ਨਾਲ ਲੋਕਾਂ ਕੋਲ ਵੋਟਾਂ ਮੰਗਣ ਜਾਵਾਂਗੇ। ਇਸੇ ਕਰਕੇ ਹੀ ਕਾਂਗਰਸ ਨੇ 18 ਸੂਤਰੀਏ ਪ੍ਰੋਗਰਾਮ ਉਹਨਾਂ ਨੂੰ ਦੇ ਦਿੱਤਾ। ਦੇਖੋ ਸੀਐਮ ਸਾਹਿਬ ਨੇ 5 ਸਾਲ ਦਾ ਸਮਾਂ ਲਿਆ ਸੀ ਕਿ 5 ਸਾਲ 'ਚ ਮੈਂ ਇਹ ਚੋਣ ਮੈਨੀਫੈਸਟੋ ਜਿਹੜਾ ਵਾ ਉਹ ਲਾਗੂ ਕਰਾਂਗੇ। ਸਾਡੀ ਵੀ ਗੱਲ ਹੋਈ, ਉਹ ਕਹਿੰਦੇ ਮੈਂ 85 to 90% ਮੈਂ ਇਹਨੂੰ ਲਾਗੂ ਕਰ ਚੁੱਕਾ ਹਾਂ, 10% ਰਹਿ ਗਏ। ਉਹ ਰਹਿ ਗਏ ਨੇ ਜਿਹੜੇ ਮਤਲਬ ਕਾਨੂੰਨੀ ਤੌਰ ਤੇ, ਜਿਨ੍ਹਾਂ ਦੇ ਵਿੱਚ ਬੜੀ ਵੱਡੀ ਕਾਨੂੰਨ ਦਾ ਬੜਾ ਵੱਡਾ ਰੋਲ ਹੈ, ਔਰ ਕੁਝ ਉਹ ਇਸ਼ੂ ਨੇ ਜਿਨ੍ਹਾਂ ਨੂੰ ਮਤਲਬ ਜਾਂਦੇ ਜਾਂਦੇ ਜਿਹੜੇ ਰੁਕ ਗਏ, ਜਿੱਦਾਂ ਬਰਗਾੜੀ ਇਸ਼ੂ ਸੀਗੇ, ਕੋਰਟ 'ਚ ਉਹਨਾਂ ਨੇ ਸਿੱਟ ਦੀ ਰਿਪੋਰਟ ਫਾਈਲ ਵੀ ਕਰਤੀ, ਪਰ ਕੋਰਟ ਨੇ ਉਹਨੂੰ ਮੰਨਿਆ ਨਹੀਂ। ਹੁਣ ਜੇ ਉਹ ਕੋਰਟ ਮੰਨ ਲੈਂਦਾ, ਤੁਹਾਡੇ ਸਾਹਮਣੇ ਬਰਗਾੜੀ ਇਸ਼ੂ ਤੇ ਉੱਥੇ ਹੀ ਮਤਲਬ ਕੰਪਲੀਟ ਹੋ ਜਾਂਦੀ ਸੀ ਕਿ ਸਰਕਾਰ ਦੀ ਜ਼ਿੰਮੇਵਾਰੀ ਕੰਪਲੀਟ ਹੋ ਗਈ, ਹੋਇਆ ਨਹੀਂ ਨਾ। ਕੋਰਟ 'ਚ ਖਾਰਜ ਹੋ ਗਿਆ ਨਾ। ਉਹਦੇ 'ਚ ਵੇਖੋ ਉਹਦੇ 'ਚ ਆਰੋਪ ਲੱਗ ਰਿਹਾ ਵੀ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਨੇ ਨਹੀਂ ਦੇਖੋ ਇਹ ਹੁਣ ਇਲਜ਼ਾਮਬਾਜ਼ੀ ਤੇ ਕੋਈ ਕਿਸੇ ਤੇ ਵੀ ਲਾ ਸਕਦਾ ਹੈ। ਹੁਣ ਕੁੰਵਰ ਵਿਜੇ ਪ੍ਰਤਾਪ ਜੀ ਦੀ ਕਮੀ ਹੈ ਜਾਂ ਉਹਦੀ ਕਮੀ ਹੈ, ਤੇ ਹੁਣ ਸਮਾਂ ਹੀ ਅਗਲੇ ਬੰਨੇ ਘੋਖ ਪੜਤਾਲ ਹੋਏਗੀ, ਫਿਰ ਪਤਾ ਲੱਗੇਗੀ। ਪਰ ਆਪਣੇ ਨੂੰ ਤਾਂ ਸੀਐਮ ਸਾਹਿਬ ਨੇ ਬੈਸਟ ਅਫਸਰ ਲਾਇਆ ਨਾ ਚੁਣ ਕੇ। ਠੀਕ ਹੈ, ਹਾਂ। ਸੋ ਜਦ ਤੱਕ ਸਰਕਾਰ ਦੇ ਕੰਮਾਂ ਦੀ ਗੱਲ ਹੈ, ਸਾਡੀ ਇੱਕ ਗੱਲ ਹੈ, ਦੇਖੋ ਸਾਡੇ ਪਤਾ ਨਹੀਂ ਕੋਈ ਜਿਵੇਂ ਸਮਾਂ ਹੁੰਦਾ ਕੋਈ ਇਹੋ ਜਿਹਾ ਕਿ ਜਿੰਨੇ ਕੰਮ ਕੀਤੇ ਅਸੀਂ, ਜੇ 80% ਅਸੀਂ ਜਾਂ 85% ਕੰਪਲੀਟ ਕੀਤਾ ਹੈ, ਤੇ ਸਾਡੇ ਪਾਰਟੀ ਲੀਡਰ ਸਾਹਿਬਾਨ ਨੂੰ ਆਪਣੀਆਂ ਪ੍ਰਾਪਤੀਆਂ ਵੀ ਲੈ ਕੇ ਜਾਣੀਆਂ ਚਾਹੀਦੀਆਂ। ਅੱਛਾ, ਉਹ ਗੱਲਾਂ ਦੱਸ ਰਹੇ ਆ ਜਿਹੜੀਆਂ ਨਹੀਂ ਹੋਈਆਂ। ਹਾਂ ਦੇਖੋ ਉਹੀ ਦੱਸ ਰਹੇ ਨਾ 5 7 10 ਜਾਂ 18 ਬੰਦੇ ਰੈਵਨਿਊ ਦੇਖੋ, ਜਿਹੜਾ ਜਿੱਥੋਂ ਰੈਵਨਿਊ ਆਣਾ, ਉਹ ਕਹਿੰਦੇ ਸਭ ਆਰੋਪ ਲੱਗਦੇ ਵੀ ਸਭ ਨੇਤਾਵਾਂ ਦੇ ਐਮਐਲਏ ਦੇ ਖੱਡਾਂ ਉਹਨਾਂ ਦੀਆਂ ਚੱਲਦੀਆਂ, ਰੇਤਾ ਮਾਫੀਆ ਉਹ ਚੱਲਦਾ ਹੈ, ਸ਼ਰਾਬ ਮਾਫੀਆ ਉਹ ਚੱਲਦਾ ਹੈ, ਕੋਈ ਰਜਿਸਟਰੀ ਕਰਾਣੀ ਹੋਏ ਪੈਸੇ ਹਰ ਬੰਦੇ ਦੇ ਉੱਥੇ ਪੈਸੇ ਲੱਗਦੇ ਨੇ, ਇੱਕ ਉੱਪਰ ਲਿਖਿਆ ਜਾਂਦਾ ਇੰਨੇ ਪੈਸੇ ਦਿਓਗੇ ਤੇ ਫਿਰ ਰਜਿਸਟਰੀ ਹੋਏਗੀ। ਇਹ ਸਾਰੀਆਂ ਚੀਜ਼ਾਂ ਤਾਂ ਦੇਖੋ ਜਗ ਜ਼ਾਹਿਰ ਨੇ, ਕਰਪਸ਼ਨ ਇਹ ਜਗ ਜ਼ਾਹਿਰ ਹੋ ਚੁੱਕੀ। ਮੈਂ ਕਹਿੰਦਾ ਅੱਜ ਬੰਦੇ ਵੀ ਤਾਂ ਉਹ ਉੱਥੇ ਹੀ ਨੇ, ਉਹ ਕਿਹੜੇ ਕਿਤੇ ਚਲੇ ਗਏ ਨੇ ਜਿਨ੍ਹਾਂ ਤੇ ਇਲਜ਼ਾਮ ਕੋਈ ਲਾਉਂਦਾ ਸੀ, ਅੱਜ ਸਾਰੇ ਬੰਦੇ ਉੱਥੇ ਹੀ ਖੜੇ ਨੇ। ਜਾਂ ਤੇ ਵੀ ਉਹਨਾਂ ਬੰਦਿਆਂ ਨੇ ਕਿਹਾ ਵੀ ਨਹੀਂ ਮੈਂ ਇਹਦੇ ਨਾਲ ਕੰਮ ਨਹੀਂ ਕਰਨਾ, ਮੈਨੂੰ ਨਵੀਂ ਟੀਮ ਦਿਓ। ਟੀਮ ਤੇ ਉਹੀ ਰਹਿਣੀ ਆ, ਟੀਮ ਤੇ ਕਿਤੇ ਨਹੀਂ ਜਾਣੀ। ਪਰ ਦੇਖੋ ਉਹਦੀ ਜ਼ਿੰਮੇਵਾਰੀ ਸਾਨੂੰ ਸਾਰਿਆਂ ਨੂੰ ਰਲ ਕੇ ਇਹਦੇ ਪੰਜਾਬ ਪ੍ਰਤੀ ਜਿਹੜੇ ਕੰਮ ਕਰਨ ਦੀ ਹੈ ਨਾ, ਉਹ ਸਾਰਿਆਂ ਨੂੰ ਪੋਜ਼ਿਟਿਵ ਤੇ ਨੈਗੇਟਿਵਿਟੀ ਜ਼ਰੂਰ ਦੱਸੋ ਜਿਹੜੀ ਹੈਗੀ ਆ, ਪਰ ਨਾਲ ਪੋਜ਼ਿਟਿਵ ਵੀ ਦੱਸੋ। ਜੇ ਅਸੀਂ ਪਾਰਟੀ ਪ੍ਰਤੀ ਲਾਇਲ ਹਾਂ ਜਾਂ ਪਾਰਟੀ ਦੀ ਗੱਲ ਕਰਦੇ ਹਾਂ, ਤਾਂ ਫਿਰ ਸਾਨੂੰ ਸਾਰੀਆਂ ਗੱਲਾਂ ਨੂੰ ਪੱਖ ਨੂੰ ਬਰਾਬਰ ਰੱਖ ਕੇ ਚੱਲਣਾ ਪਊਗਾ। ਅਗਲਾ ਸਭ ਦੋ ਸਵਾਲ ਨੇ ਮੇਰੇ। ਇੱਕ ਤਾਂ ਕਿਆ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਸਾਹਿਬ ਦੀ ਜਿਹੜੀ ਰਿਫਟ ਹੈ, ਸਭ ਨੂੰ ਪਤਾ ਹੀ ਹੈ, ਜੋ ਉੱਥੇ ਹੋਇਆ ਸਟੇਜ ਤੇ 23 ਜੁਲਾਈ ਨੂੰ, ਸਭ ਨੂੰ ਪਤਾ ਹੈ। ਕਿਆ ਇਸ ਤਰ੍ਹਾਂ ਅਸੀਂ ਪੰਜਾਬ 'ਚ ਅਗਲੀ ਵਾਰੀ ਸਰਕਾਰ ਬਣਾ ਪਾਵਾਂਗੇ? ਮੇਰਾ ਖਿਆਲ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਾਲ ਜਿਹੜੇ ਕੈਪਟਨ ਸਾਹਿਬ ਉਹਨਾਂ ਦੀ ਮੁਲਾਕਾਤ ਦੁਬਾਰਾ ਫੇਰ ਹੋ ਚੁੱਕੀ ਹੈ ਜੀ। ਉਦੋਂ ਵੀ ਉਹ ਚਿੱਠੀ ਲੈ ਕੇ ਗਏ ਸੀਗੇ। ਮੇਰਾ ਖਿਆਲ ਹੈ ਕਿ 5 ਏਜੰਡੇ ਸੀ ਉਹਦੇ 'ਚ। ਉਹ 'ਚ ਸੀਐਮ ਸਾਹਿਬ ਨੇ ਬਹੁਤ ਵਧੀਆ ਸਮਾਂ ਜਿਹੜਾ ਉੱਥੇ ਬਹਿ ਕੇ ਗੱਲਬਾਤ ਕੀਤੀ ਹੈ, ਤੇ ਮੇਰਾ ਖਿਆਲ ਹੈ ਕਿ ਉਹ ਜਿਹੜੀ ਚੀਜ਼ ਆ ਉਹ ਖਤਮ ਹੋ ਗਈ ਹੈ, ਤੇ ਦੋਨੋਂ ਹੀ ਲੀਡਰ ਸਾਡੇ ਤਗੜੇ ਹੋ ਗਏ। ਸੀਐਮ ਸਾਹਿਬ ਕਿਉਂਕਿ ਸਭ ਤੋਂ ਸੀਨੀਅਰ ਹੈ ਸਾਡੇ ਮਾਨਯੋਗ
ਮੁੱਖ ਮੰਤਰੀ ਸਾਹਿਬ ਔਰ ਪੰਜਾਬ ਨੂੰ ਬਹੁਤ ਵੱਡੀ ਉਹਨਾਂ ਦੀ ਦੇਣ ਵੀ ਹੈ ਪਿਛਲੇ ਸਮੇਂ ਦੀ। ਸੀਐਮ ਦਾ ਠੀਕ ਚਿਹਰਾ ਹੈ, ਉਹੀ ਹੋਣਗੇ 2022 ਦਾ ਵੀ। ਦੇਖੋ ਇਹ ਪਾਰਟੀ ਨੇ ਡਿਸਾਈਡ ਕਰਨਾ, ਇਹ ਮੇਰਾ ਨਹੀਂ ਹੈਗਾ, ਪ੍ਰੈਰੋਗੇਟਿਵ ਤਾਂ ਹਾਂ ਪ੍ਰੈਰੋਗੇਟਿਵ ਮੇਰਾ ਨਹੀਂ ਹੈਗਾ। ਕਿਆ ਰੇਤ ਮਾਫੀਆ, ਸ਼ਰਾਬ ਮਾਫੀਆ, ਜਿਹੜਾ ਮਾਫੀਆ ਚੱਲ ਰਿਹਾ ਜਾਂ ਜੇਲ੍ਹਾਂ 'ਚੋਂ ਮੋਬਾਈਲ ਮਿਲ ਰਹੇ ਨੇ, ਜਿੰਨੀ ਕਰਪਸ਼ਨ ਹੋ ਰਹੀ ਹੈ, ਇਹਦੇ ਤੋਂ ਲੋਕਾਂ ਨੂੰ ਕਦੀ ਨਿਜਾਤ ਮਿਲ ਪਾਏਗੀ? ਬਿਲਕੁਲ ਮਿਲੇਗੀ। ਮੈਨੂੰ ਜਿੱਦਾਂ ਨਵਜੋਤ ਸਿੰਘ ਸਿੱਧੂ ਨਾਲ 5 ਨੁਕਾਤੀ ਪ੍ਰੋਗਰਾਮ ਦਿੱਤੇ, ਜਿਹੜੇ 5 ਮੁੱਦੇ ਦਿੱਤੇ, ਮੈਨੂੰ ਲੱਗਦਾ ਕਿ ਅਗਲੀ ਚਿੱਠੀ ਦੇ ਵਿੱਚ ਉਹ ਇਹ ਇਹਨਾਂ ਨੂੰ ਮੁੱਖ ਰੱਖ ਕੇ ਦੇ ਕੇ ਆਉਣਗੇ ਸੀਐਮ ਸਾਹਿਬ ਨੂੰ ਥੋੜੇ ਦਿਨਾਂ ਤੱਕ, ਕਿ ਇਹ ਵੀ ਜਿਹੜਾ ਸ਼ਰਾਬ ਮਾਫੀਆ ਜਾਂ ਕੋਈ ਰੇਤ ਮਾਫੀਆ ਇਹਨੂੰ ਵੀ ਖਤਮ ਕੀਤਾ ਜਾਵੇ। ਟਰਾਂਸਪੋਰਟ ਮਾਫੀਆ ਵੀ ਜਿਹਦੀ ਟਰਾਂਸਪੋਰਟ ਦੇ ਚੱਲ ਰਹੀ, ਇਹ ਬੱਸਾਂ ਤਾਂ ਅਕਾਲੀਆਂ ਦੀ ਚੱਲਦੀਆਂ ਤੇ ਕਾਂਗਰਸੀਆਂ ਵੀ ਚੱਲਦੀਆਂ। ਦੇਖੋ ਤੁਹਾਡੇ ਸਾਹਮਣੇ ਉਹ ਬੱਸਾਂ ਦਾ ਜਿਹੜੀ ਉਹਨਾਂ ਨੇ ਅਪੀਲ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ, ਉਹ ਉਹਨਾਂ ਨੇ ਵਾਪਸ ਲੈ ਲਈ ਆ, ਤੇ ਹੁਣ ਸਾਨੂੰ ਆਸ ਹੈ ਕਿ ਉਹ ਬੰਦ ਹੋ ਜਾਣਗੇ। ਉਹਦੇ ਕਰਕੇ ਉਹ ਰੁਕਿਆ ਪਿਆ ਸੀ, ਉਹਦੇ ਆਲਰੇਡੀ ਪਹਿਲਾਂ ਹੀ ਪ੍ਰੋਸੈਸ 'ਚ ਹੈ। ਔਜਲਾ ਸਾਹਿਬ, ਤੁਸੀਂ ਕੁਝ ਗੱਲਾਂ ਤੇ ਬਹੁਤ ਨੇ ਬਟ ਸਮਾਂ ਸਾਡੇ ਕੋਲ ਥੋੜਾ, ਤੁਸੀਂ ਕੁਝ ਹੋਰ ਦੱਸਣਾ ਚਾਹੋ? ਦੇਖੋ ਮੈਂ ਤੇ ਇਹੀ ਦੱਸਣਾ ਚਾਹੂੰਗਾ ਕਿ ਦੇਸ਼ ਇਸ ਵੇਲੇ ਬੜੀ ਭਿਆਨਕ ਸਥਿਤੀ 'ਚੋਂ ਲੰਘ ਰਿਹਾ, ਕਰੋਨਾ ਦਾ ਖਾਸ ਕਰਕੇ, ਕਿਉਂਕਿ ਤੀਜੀ ਲਹਿਰ ਦਾ ਆਉਣਾ ਸੁਭਾਵਿਕ ਹੈ, ਕਿਉਂਕਿ ਅਸੀਂ ਜਿਹੜੀਆਂ ਗਾਈਡਲਾਈਨ ਉਹਨੂੰ ਫੋਲੋ ਨਹੀਂ ਕਰਦੇ। ਮੈਂ ਤੇ ਇਹੀ ਕਹੂੰਗਾ ਜਿਹੜੀ ਜ਼ਿਆਦਾ ਜ਼ਰੂਰਤ ਹੈ ਇਸ ਵੇਲੇ, ਕਿਉਂਕਿ ਲੋਕ ਜਿਹੜਾ ਕੁਝ ਕਰ ਸਕਦੇ ਆਪਣੇ ਪ੍ਰਤੀ, ਬਾਕੀ ਅਸੀਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਨਿਭਾਵਾਂਗੇ। 22 ਚ ਇਲੈਕਸ਼ਨ ਜਾਵਾਂਗੇ, ਉਹ ਲੋਕਾਂ ਨੇ ਉਦੋਂ ਸਾਡਾ ਜਿਹੜਾ ਤੋਲ ਮੋਲ ਹੈ ਉਦੋਂ ਕਰ ਲੈਣਾ ਵੀ ਅਸੀਂ ਕੀਤਾ ਜਾਂ ਨਹੀਂ ਕੀਤਾ। ਪਰ ਜਿਹੜੀ ਚੀਜ਼ ਉਹਨਾਂ ਦੇ ਹੱਥ 'ਚ ਹੈ, ਮੈਂ ਇਹ ਬੇਨਤੀ ਕਰੂੰਗਾ ਕਿ ਕਰੋਨਾ ਤੋਂ ਆਪਣਾ ਬਚਾਅ 'ਚ ਰੱਖਿਓ, ਇਹ ਮਤ ਸੋਚਿਓ ਕਿ ਇਹ ਖਤਮ ਹੋ ਗਿਆ। ਦੂਜੀ ਗੱਲ, ਲੋਕਾਂ ਦੇ ਇੱਕ ਬਹੁਤ ਭੈ ਹੈ ਕਿ ਅਸੀਂ ਇੰਜੈਕਸ਼ਨ ਨਹੀਂ ਲਵਾਉਣਾ, ਸਾਨੂੰ ਪਤਾ ਨਹੀਂ ਕੀ ਹੋ ਜਾਊਗਾ। ਕੁਝ ਲੋਕ, ਮੈਂ ਉਹਨਾਂ ਨੂੰ ਦੇਸ਼ ਦੇ ਦੁਸ਼ਮਣ ਕਹੂੰਗਾ, ਸਾਡੇ ਸਮਾਜ ਦੇ ਦੁਸ਼ਮਣ ਨੇ, ਜਿਹੜੇ ਗਲਤ ਅਫਵਾਹਾਂ ਫੈਲਾ ਦਿੰਦੇ ਨੇ। ਹੁਣ ਦੇਖੋ ਮੌਤ ਤੇ ਉੱਦਾਂ ਵੀ ਹੁੰਦੀ ਬੰਦੇ ਦੀ, ਹਾਰਟ ਅਟੈਕ ਤੇ ਉੱਦਾਂ ਵੀ ਹੁੰਦੇ ਨੇ, ਪਰ ਕਿਸੇ ਵੇਲੇ ਇੰਜੈਕਸ਼ਨ ਲੱਗਾ ਹੋਵੇ ਬਾਈ ਚਾਂਸ ਉਹਨੂੰ ਜੇ ਹੋ ਗਿਆ ਤੇ ਉਹਨੂੰ ਉਹਦੇ ਨਾਲ ਜੋੜ ਦਿੱਤਾ ਜਾਂਦਾ, ਇਹ ਬਿਲਕੁਲ ਗਲਤ ਹੈ। ਅਸੀਂ ਸਾਰਿਆਂ ਨੇ ਤਕਰੀਬਨ, ਮੇਰਾ ਖਿਆਲ ਹੈ ਕਿ ਕੋਈ ਮੇਰੇ ਨਿਗਾਹ 'ਚ ਉਹ ਰਿਸ਼ਤੇਦਾਰ ਭੈਣ ਭਰਾ ਜਿੰਨੇ ਨਾਲ ਲਵਾਏ ਹੋਣਗੇ, ਸਾਰਿਆਂ 2-2 ਟੀਕੇ ਲਵਾਏ। ਈਵਨ ਕਿ 1 ਹਫ਼ਤਾ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਇਨਲਾਜ ਦੇ ਸਾਰੇ ਪਰਿਵਾਰ ਨੂੰ 1 ਹਫ਼ਤਾ ਪਹਿਲਾਂ ਕਰੋਨਾ ਹੋਇਆ। ਉਮਰਾਂ ਵੀ ਉਹਨਾਂ ਦੀਆਂ ਵੱਡੀਆਂ ਨੇ, 80 ਸਾਲ ਮਾਤਾ ਜੀ ਬਜ਼ੁਰਗਾਂ ਦੀ ਪਿਤਾ ਜੀ ਦੀ ਅਤੇ 75 ਸਾਲ ਮਾਤਾ ਜੀ ਦੀ ਆ, ਤੇ ਉਹਨਾਂ ਨੂੰ ਪ੍ਰੋਬਲਮ ਵੀ ਆ ਅਸਥਮੇ ਦੀ। ਦੇਖੋ ਕੁਛ ਨਹੀਂ ਹੋਇਆ, ਕਾਰਨ ਕਿ ਇੰਜੈਕਸ਼ਨ ਲੱਗੇ ਸੀ। ਜੇ ਇੰਜੈਕਸ਼ਨ ਨਾ ਲੱਗੇ ਹੁੰਦੇ ਤੇ ਬਹੁਤ ਨੁਕਸਾਨ ਹੋਣਾ ਸੀ। ਸੋ ਮੈਂ ਇੱਕ ਬੇਨਤੀ ਕਰੂੰਗਾ, ਕਰੋਨਾ ਦੇ ਇੰਜੈਕਸ਼ਨ ਜ਼ਰੂਰ ਲਵਾਓ, ਅਫਵਾਹਾਂ ਤੇ ਨਾ ਜਾਓ। ਜਿਹੜੇ ਅਫਵਾਹਾਂ ਫੈਲਾਉਂਦੇ ਨੇ, ਤੁਸੀਂ ਤੇ ਬਹਾਦਰ ਕੌਮ ਦੇ ਬਹਾਦਰ ਲੋਕ ਜੇ, ਤੁਸੀਂ ਜੇ ਇਹੋ ਜਿਹੇ ਲੋਕਾਂ ਦੀ ਅਫਵਾਹਾਂ ਨਾਲ ਤੁਸੀਂ ਜੇ ਯਕੀਨ ਕਰ ਗਏ ਤੇ ਇਹ ਸ਼ਰਤੀਆ ਆ, ਤੁਸੀਂ ਆਪਣੇ ਪਰਿਵਾਰ ਨਾਲ ਧੋਖਾ ਕਰੋਗੇ। इंजेक्शन जरूर लो। धन्यवाद सर, गल कर लें। ये थे सांसद गुरजीत सिंह औजला। किस तरह उन्होंने बताया कि मोदी सरकार जो है तमाम मुद्दों से भाग रही है, बहस नहीं करना चाहते हैं। पेगासस हो, चाहे किसानों की बात हो या कोरोना की बात हो या राफेल की बात हो, इनका कहना है कि हम काम रोक नहीं रहे हैं विपक्ष इसका सदन का, लेकिन हमारी बात सुनी जानी चाहिए। जिस जनता ने हमें चुनकर वहाँ पार्लियामेंट में भेजा है, अगर हम उनकी बात नहीं करेंगे तो जनता को जवाब क्यों देंगे। अब जो केंद्र सरकार है इन तमाम मुद्दों से भाग क्यों रही है, ये समझ से परे है। क्या हर चीज़ में, हर एक बात में न्यायपालिका को इंटरफेयर करना पड़ेगा? सुप्रीम कोर्ट के ही आदेश ये सरकारें मानेगी तो फिर लोकतंत्र कहाँ बचेगा? क्या हमारे देश में डेमोक्रेसी की हत्या की जा रही है? ये तय आपको करना है। अमृतसर से D4 न्यूज़ के लिए दीपक भंडारी की खास रिपोर्ट।